ਦਿੱਲੀ ਦੇ ਵਿੱਚ ਤੈਅ ਹੋ ਰਿਹਾ ਪੰਜਾਬ ਕਾਂਗਰਸ ਦਾ ਭਵਿੱਖ ਕਮੇਟੀ ਦੇ ਅੱਗੇ ਪੇਸ਼ੀ ਤੋਂ ਪਹਿਲਾਂ ਕਰੀਬੀਆਂ ਦੇ ਸੰਗ ਸੀਐਮ ਕੈਪਟਨ ਦਾ ਮੰਥਨ ਸ਼ੁੱਕਰਵਾਰ ਨੂੰ ਸਵੇਰੇ 11 ਵਜੇ ਹਾਈ ਕਮਾਨ ਅੱਗੇ ਹੋਣਗੇ ਪੇਸ਼। बीजेपी ने दी कैप्टन ਨੂੰ बहुमत साबित ਕਰਨ ਦੀ ਚੁਣੌਤੀ। ਤਰੁਣ ਚੁਗ ਬੋਲੇ ਦੋ ਫਾੜ ਹੋ ਚੁੱਕੀ ਹੈ ਸਰਕਾਰ, ਹੁਣ ਸਦਨ 'ਚ ਸਾबित ਕਰਨ ਮੈਜੋਰਟੀ। ਤਾਂ ਕਾਂਗਰਸ ਬੋਲੀ ਦੋ ਵਿਧਾਇਕਾਂ ਵਾਲੀ ਪਾਰਟੀ ਨਾ ਕਰੇ ਇਹ ਗੱਲ। ਸੁਖਪਾਲ ਖਹਿਰਾ ਦੀ ਕਾਂਗਰਸ ਦੇ ਵਿੱਚ ਵਾਪਸੀ। ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੇਵ ਕਮਾਲੂ ਅਤੇ ਪਰਮਲ ਸਿੰਘ ਖਾਲਸਾ ਨੇ ਵੀ ਜੁਆਇਨ ਕੀਤੀ ਕਾਂਗਰਸ। ਵਿਧਾਨ ਸਭਾ ਤੋਂ ਦਿੱਤਾ ਅਸਤੀਫਾ। ਸੁਖਪਾਲ ਖਹਿਰਾ ਦੀ ਘਰ ਵਾਪਸੀ ਨੇ ਭਖਾਈ ਪੰਜਾਬ ਦੀ ਸਿਆਸਤ। ਭਗਵੰਤ ਮਾਨ ਬੋਲੇ ਮਾਫੀਆ ਦੱਸ ਕੇ ਉਹਨਾਂ ਦੇ ਨਾਲ ਹੀ ਜਲ ਰਹੇ ਨੇ ਖਹਿਰਾ। ਤਾਂ ਸੁਖਬੀਰ ਨੇ ਕਿਹਾ ਇੱਕੋ ਖਾਤੇ ਚੱਲ ਰਹੀ ਹੈ ਆਪ ਤੇ ਕਾਂਗਰਸ। ਨੌਕਰੀਆਂ ਦੇ ਮੁੱਦੇ ਨੂੰ ਲੈ ਕੇ ਚੰਡੀਗੜ੍ਹ ਦੀਆਂ ਸੜਕਾਂ ਤੇ ਉਤਰੀ ਆਮ ਆਦਮੀ ਪਾਰਟੀ। ਸਰਕਾਰ ਨੂੰ ਪੁੱਛਿਆ ਸਵਾਲ, ਕਿਹਾ ਸਿਰਫ ਕਾਂਗਰਸੀਆਂ ਦੇ ਲਈ ਹੀ ਕਿ ਬਚੀਆਂ ਨੇ ਨੌਕਰੀਆਂ। ਪਟਿਆਲਾ ਦੇ ਸਨੌਰ ਦੇ ਵਿੱਚ ਬਿਲਡਿੰਗ ਦਾ ਲੈਂਟਰ ਡਿੱਗਣ ਦੇ ਨਾਲ ਦਰਦਾਂ ਖਾਸਾ। ਮਲਬੇ ਹੇਠ ਦੱਬੇ ਮਜ਼ਦੂਰਾਂ ਲੋਕਾਂ ਨੇ ਕੱਢਿਆ ਬਾਹਰ, ਹਸਪਤਾਲ ਕਰਵਾਇਆ ਦਾਖਲ। ਨਜਾਇਜ਼ ਬਣ ਰਹੀ ਸੀ ਬਿਲਡਿੰਗ। ਦਰਬਾਰ ਸਾਹਿਬ ਦੇ ਵਿੱਚ 1984 ਹਮਲੇ 'ਚ ਨੁਕਸਾਨੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਕਰਵਾਏ ਜਾ ਰਹੇ ਨੇ ਦਰਸ਼ਨ। ਪਹਿਲੀ ਵਾਰ ਸੰਗਤ ਸਾਹਮਣੇ ਲਿਆਂਦੇ ਗਏ ਸਰੂਪ। 3 ਦਿਨ ਤੱਕ ਹੋ ਸਕਣਗੇ ਦਰਸ਼ਨ। ਪ੍ਰਧਾਨ ਮੰਤਰੀ ਮੋਦੀ ਨੇ 12ਵੀਂ ਦੇ ਵਿਦਿਆਰਥੀਆਂ ਦੇ ਨਾਲ ਕੀਤੀ ਗੱਲਬਾਤ। ਪੰਚਕੂਲਾ ਦੇ ਹਿਤੇਸ਼ਵਰ ਨੂੰ ਵੀ ਕੀਤਾ ਫੋਨ। ਪ੍ਰੀਖਿਆ ਰੱਦ ਕਰਨ ਤੇ ਪੁੱਛੀ ਪ੍ਰਤੀਕਿਰਿਆ। ਦੇਸ਼ ਭਰ ਦੇ 17 ਬੱਚਿਆਂ ਦੇ ਨਾਲ ਪ੍ਰਧਾਨ ਮੰਤਰੀ ਨੇ ਕੀਤੀ ਇਹ ਗੱਲ। ਪੰਜਾਬ ਕਾਂਗਰਸ ਦੇ ਕਲੇਸ਼ ਦੇ ਵਿਚਾਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸ਼ੁੱਕਰਵਾਰ ਨੂੰ ਹਾਈ ਕਮਾਨ ਦੀ ਕਮੇਟੀ ਦੇ ਅੱਗੇ ਪੇਸ਼ ਹੋਣਗੇ। ਇਸ ਤੋਂ ਪਹਿਲਾਂ ਉਹਨਾਂ ਨੇ ਕਪੂਰਥਲਾ ਹਾਊਸ ਦੇ ਵਿੱਚ ਆਪਣੇ ਕਰੀਬੀਆਂ ਦੇ ਨਾਲ ਮੁਲਾਕਾਤ ਕੀਤੀ। ਉਧਰ ਕਾਂਗਰਸ ਹਾਈ ਕਮਾਨ ਦੀ ਕਮੇਟੀ ਨੇ ਵੀਰਵਾਰ ਨੂੰ ਪੰਜਾਬ ਕਾਂਗਰਸ ਦੇ ਹਲਕਾ ਇੰਚਾਰਜਾਂ ਤੇ ਹਾਰੇ ਹੋਏ ਉਮੀਦਵਾਰਾਂ ਦੇ ਨਾਲ ਵੀ ਮੰਥਨ ਕੀਤਾ। ਇਸ ਤੋਂ ਇਲਾਵਾ ਐਮਪੀ ਮਨੀਸ਼ ਤਿਵਾੜੀ ਵੀ ਪੇਸ਼ ਹੋਏ। ਦਿੱਲੀ ਦੇ ਵਿੱਚ ਕਾਂਗਰਸ ਹਾਈ ਕਮਾਨ ਦੀ ਕਮੇਟੀ ਦੇ ਕੋਲ ਪੇਸ਼ ਹੋਏ ਬਠਿੰਡਾ ਦੇ ਹਾਤੀ ਦੇ ਇੰਚਾਰਜ ਹਰਵਿੰਦਰ ਲਾਡੀ ਨੇ ਮਨਪ੍ਰੀਤ ਬਾਦਲ ਦੇ ਖਿਲਾਫ ਸ਼ਿਕਾਇਤ ਕੀਤੀ। ਸੁਖਪਾਲ ਖਹਿਰਾ ਆਪਣੇ ਦੋ ਸਾਥੀ ਵਿਧਾਇਕਾਂ ਪਰਮਲ ਖਾਲਸਾ ਤੇ ਜਗਦੇਵ ਕਮਾਲੂ ਸਣੇ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਖੁਦ ਤਿੰਨਾਂ ਵਿਧਾਇਕਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਵਾਇਆ। ਉਧਰ ਤਿੰਨਾਂ ਵਿਧਾਇਕਾਂ ਨੇ ਕਾਂਗਰਸ ਜੁਆਇਨ ਕਰਨ ਤੋਂ ਬਾਅਦ ਸਪੀਕਰ ਨੂੰ ਆਪਣਾ ਅਸਤੀਫਾ ਭੇਜਿਆ। ਖਹਿਰਾ ਦੀ ਕਾਂਗਰਸ ਵਾਪਸੀ ਤੇ ਭਗਵੰਤ ਮਾਨ ਨੇ ਤੰਜ ਕੱਸਦਿਆਂ ਕਿਹਾ ਕਿ ਹੁਣ ਤੱਕ ਖਹਿਰਾ ਕਾਂਗਰਸ ਨੂੰ ਮਾਫੀਆ ਦੱਸਦੇ ਰਹੇ ਨੇ ਤੇ ਹੁਣ ਖੁਦ ਉਹਨਾਂ ਦੇ ਨਾਲ ਜਾ ਰਲੇ। ਉਧਰ ਸੁਖਬੀਰ ਬਾਦਲ ਨੇ ਖਹਿਰਾ ਦੇ ਬਹਾਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੋਵਾਂ ਨੂੰ ਨਿਸ਼ਾਨੇ ਤੇ ਲਿਆ ਤੇ ਕਿਹਾ ਕਿ ਦੋਵਾਂ ਦਾ ਸਾਂਝਾ ਖਾਤਾ ਚੱਲ ਰਿਹਾ ਹੈ, ਇਸ ਲਈ ਆਮ ਆਦਮੀ ਪਾਰਟੀ ਦੇ ਵਿਧਾਇਕ ਹੁਣ ਤੱਕ ਬਚੇ ਹੋਏ। ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰਦੀ ਨਜ਼ਰ ਆਈ। ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਕਾਂਗਰਸ ਆਪਣਿਆਂ ਨੂੰ ਹੀ ਨੌਕਰੀ ਦੇ ਰਹੀ ਹੈ, ਜਦਕਿ ਗਰੀਬਾਂ ਦੇ ਲਈ ਸਰਕਾਰ ਦੇ ਕੋਲ ਨੌਕਰੀ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਨੇ CBSE 12ਵੀਂ ਦੇ ਐਗਜ਼ਾਮਸ ਅਤੇ ਉਹਨਾਂ ਰੱਦ ਹੋਣ ਤੋਂ ਬਾਅਦ ਬੱਚਿਆਂ ਤੇ ਉਹਨਾਂ ਦੇ ਮਾਪਿਆਂ ਦੇ ਨਾਲ ਹੋਰੀ ਵਰਚੁਅਲੀ ਬੈਠਕ ਦੇ ਵਿੱਚ ਉਹ ਅਚਾਨਕ ਸ਼ਾਮਲ ਹੋਏ। ਇਸ ਦੌਰਾਨ ਵਿਦਿਆਰਥੀਆਂ ਅਤੇ ਉਹਨਾਂ ਦੇ ਪੇਰੈਂਟਸ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਪ੍ਰੀਖਿਆ ਰੱਦ ਹੋਣ ਅਤੇ ਉਸ ਦੇ ਅਸਰ ਦੇ ਉੱਤੇ ਚਰਚਾ ਕੀਤੀ। ਨਾਲ ਹੀ ਵਿਦਿਆਰਥੀਆਂ ਤੋਂ ਮਾਰਕਿੰਗ ਕਰਨ ਦੇ ਤਰੀਕੇ ਦੇ ਬਾਰੇ ਵੀ ਪੁੱਛਿਆ। ਇਸ ਵਰਚੁਅਲ ਗੱਲਬਾਤ ਦੇ ਵਿੱਚ ਪੰਚਕੂਲਾ ਦੇ ਹਿਤੇਸ਼ਵਰ ਸ਼ਰਮਾ ਵੀ ਸ਼ਾਮਲ ਰਹੇ, ਜਿਨ੍ਹਾਂ ਨੇ ਐਗਜ਼ਾਮ ਕੈਂਸਲ ਹੋਣ ਦੇ ਫੈਸਲੇ ਦੇ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਆਰਮੀ ਚੀਫ ਜਨਰਲ ਨਰਵਣੇ ਨੇ ਜੰਮੂ ਕਸ਼ਮੀਰ ਦੇ ਵਿੱਚ ਲਾਈਨ ਆਫ ਕੰਟਰੋਲ ਦੀ ਫਾਰਵਰਡ ਲੋਕੇਸ਼ਨ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਫੌਜ ਦੀ ਆਪਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ। ਫੌਜ ਮੁਖੀ ਨੇ ਕਿਹਾ ਕਿ ਭਾਰਤੀ ਫੌਜ ਨੂੰ ਪੂਰੀ ਤਰ੍ਹਾਂ ਅਲਰਟ ਰਹਿਣ ਦੀ ਜ਼ਰੂਰਤ ਹੈ। AICC ਦੇ ਵੱਲੋਂ ਗਠਿਤ ਕੋਵਿਡ ਟਾਸਕ ਫੋਰਸ ਦੀ ਵਰਚੁਅਲ ਬੈਠਕ ਹੋਈ, ਜਿਸ ਦੀ ਅਗਵਾਈ ਗੁਲਾਮ ਨਬੀ ਆਜ਼ਾਦ ਨੇ ਕੀਤੀ। ਬੈਠਕ ਦੇ ਵਿੱਚ ਪ੍ਰਿਯੰਕਾ ਗਾਂਧੀ, ਡੋਟਾਸਰਾ ਸਣੇ ਕਈ ਆਗੂਆਂ ਨੇ ਕੋਰੋਨਾ ਦੇ ਹਾਲਾਤ ਦੇ ਉੱਤੇ ਚਰਚਾ ਕੀਤੀ। कोरोना की दूसरी लहर तो सब तो ज्यादा प्रभावित रहे महाराष्ट्र के अनलॉक की प्रक्रिया शुरू हो चुकी है। उद्धव सरकार ने सूबे की
36 ਜ਼ਿਲ੍ਹਿਆਂ ਦੇ ਵਿੱਚੋਂ 18 ਜ਼ਿਲ੍ਹਿਆਂ ਦੇ ਵਿੱਚ ਲਾਕਡਾਊਨ ਵਰਗੀਆਂ ਪਾਬੰਦੀਆਂ ਹਟਾਉਣ ਦਾ ਐਲਾਨ ਕਰ ਦਿੱਤਾ ਹੈ। ਦਿੱਲੀ ਸਰਕਾਰ ਨੇ ਡਰੱਗਸ ਕੰਟਰੋਲਰ ਨੇ ਬੀਜੇਪੀ ਐਮਪੀ ਗੌਤਮ ਗੰਭੀਰ ਦੇ ਫਾਊਂਡੇਸ਼ਨ ਨੂੰ ਦਵਾਈ ਦੀ ਜਮ੍ਹਾਖੋਰੀ ਦਾ ਦੋਸ਼ੀ ਪਾਇਆ। ਡਰੱਗਸ ਕੰਟਰੋਲਰ ਨੇ ਹਾਈ ਕੋਰਟ ਨੂੰ ਕਿਹਾ ਕਿ ਬਿਨਾਂ ਕਿਸੇ ਪਰਮਿਸ਼ਨ ਦੇ ਕੋਵਿਡ ਦੀਆਂ ਦਵਾਈਆਂ ਦੀ ਜਮ੍ਹਾਖੋਰੀ ਅਤੇ ਉਸ ਦੀ ਵੰਡ ਕੀਤੀ ਗਈ। ਜੇਜੇਪੀ ਵਿਧਾਇਕ ਦਵਿੰਦਰ ਬੱਬਲੀ ਦਾ ਘਿਰਾਓ ਕਰਨ ਵਾਲੇ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਗਿਆ। ਫਤਿਆਬਾਦ ਪੁਲਿਸ ਨੇ 27 ਕਿਸਾਨਾਂ ਨੂੰ ਰਿਹਾ ਕਰ ਦਿੱਤਾ। ਕਿਸਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਥਾਂ-ਥਾਂ ਪ੍ਰਦਰਸ਼ਨ ਹੋ ਰਹੇ ਸੀ। WhatsApp ਦੀ ਪ੍ਰਾਈਵੇਸੀ ਪਾਲਿਸੀ ਦੇ ਖਿਲਾਫ ਕੇਂਦਰ ਨੇ ਦਿੱਲੀ ਹਾਈ ਕੋਰਟ ਦੇ ਵਿੱਚ ਹਲਫਨਾਮਾ ਦਾਖਲ ਕੀਤਾ ਹੈ। ਕੇਂਦਰ ਨੇ WhatsApp ਪਾਲਿਸੀ ਦੇ ਉੱਤੇ ਇਤਰਾਜ਼ ਜਤਾਇਆ ਤੇ ਕਿਹਾ ਕਿ WhatsApp ਆਪਣੀ ਸਮਰੱਥਾ ਦੀ ਗਲਤ ਵਰਤੋਂ ਕਰ ਰਿਹਾ ਹੈ। ਸੰਗਰੂਰ ਦੇ ਵਿੱਚ ਨਿੱਜੀ ਸੰਸਥਾ ਦੇ ਵੱਲੋਂ ਲਗਾਏ ਗਏ ਵੈਕਸੀਨੇਸ਼ਨ ਕੈਂਪ ਦੇ ਵਿੱਚ ਹੰਗਾਮਾ ਹੋ ਗਿਆ। ਵੈਕਸੀਨ ਲਗਵਾਉਣ ਆਏ ਲੋਕਾਂ ਨੇ ਵੈਕਸੀਨ ਨਾ ਲਗਾਉਣ ਦੇ ਇਲਜ਼ਾਮ ਲਗਾਏ। ਹਾਲਾਂਕਿ ਸੰਸਥਾ ਨੇ ਇਹਨਾਂ ਇਲਜ਼ਾਮਾਂ ਨੂੰ ਨਕਾਰ ਦਿੱਤਾ। ਕੈਬਨਿਟ ਮੰਤਰੀ ਧਰਮਸੋਤ ਨੇ ਨਾਭਾ ਦੇ ਸਿਵਲ ਹਸਪਤਾਲ ਦੇ ਵਿੱਚ ਡਾਕਟਰਾਂ ਤੇ ਸਿਹਤ ਵਰਕਰਾਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਉਹਨਾਂ ਵੈਕਸੀਨ ਦੀ ਘਾਟ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਘੇਰਿਆ ਤੇ ਕਿਹਾ ਕਿ ਪ੍ਰਧਾਨ ਮੰਤਰੀ ਰੈਲੀਆਂ ਛੱਡ ਕੇ ਵੈਕਸੀਨ ਦੀ ਘਾਟ ਨੂੰ ਪੂਰਾ ਕਰਨ। ਹਰਿਆਣਾ ਕਾਂਗਰਸ ਦੇ ਸਾਬਕਾ ਪ੍ਰਧਾਨ ਡਾਕਟਰ ਅਸ਼ੋਕ ਤੰਵਰ ਨੇ ਬੀਜੇਪੀ ਐਮਪੀ ਸੁਨੀਤਾ ਦੁੱਗਲ ਦੀ ਰਿਹਾਇਸ਼ ਨੂੰ ਸੈਨੀਟਾਈਜ਼ ਕੀਤਾ। ਉਹਨਾਂ ਸੁਨੀਤਾ ਦੁੱਗਲ ਤੇ ਤੰਜ ਕੱਸਿਆ ਤੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਵਿੱਚ ਬੀਜੇਪੀ ਦੀ ਐਮਪੀ ਗੁੰਮਸ਼ੁਦਾ ਹੈ। ਕੋਰੋਨਾ ਕਾਲ ਦੌਰਾਨ ਪਲਵਲ ਦੇ ਵਿੱਚ ਮਿੱਟੀ ਦੇ ਭਾਂਡਿਆਂ ਦੀ ਮੰਗ ਵਧ ਰਹੀ ਹੈ। ਲੋਕ ਪਾਣੀ ਠੰਡਾ ਕਰਨ ਦੇ ਲਈ ਘੜੇ ਖਰੀਦ ਰਹੇ ਨੇ ਅਤੇ ਇਸ ਨਾਲ ਘੁਮਿਆਰਾਂ ਦੀ ਕਮਾਈ ਹੋ ਰਹੀ ਹੈ। ਅੰਮ੍ਰਿਤਸਰ ਦੇ ਵਿੱਚ DEO ਦਫ਼ਤਰ ਦੇ ਬਾਹਰ ਅਧਿਆਪਕਾਂ ਨੇ ਰੋਸ ਪ੍ਰਦਰਸ਼ਨ ਕੀਤਾ ਤੇ ਸਿੱਖਿਆ ਮੰਤਰੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਅਧਿਆਪਕਾਂ ਨੇ ਮੰਗਾਂ ਨਾ ਮੰਨੇ ਜਾਣ ਤੇ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ। ਕਰਨਾਲ ਦੀ ਇੱਕ ਸੁਸਾਇਟੀ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਵਿਲੱਖਣ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ। ਲੋਕਾਂ ਨੇ ਲੱਡੂ ਵੰਡ ਕੇ ਬਿਲਡਰ ਦੇ ਖਿਲਾਫ ਰੋਸ ਜਤਾਇਆ ਅਤੇ ਉਸ ਤੇ ਵਾਅਦੇ ਪੂਰੇ ਨਾ ਕਰਨ ਦੇ ਇਲਜ਼ਾਮ ਲਗਾਏ। ਫਰੀਦਕੋਟ ਦੇ ਵਿੱਚ ਅਧਿਆਪਕਾਂ ਨੇ ਸੂਬਾ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਅਧਿਆਪਕਾਂ ਨੇ ਦੁਪਹੀਆ ਵਾਹਨ ਦੇ ਉੱਤੇ ਕਾਲੀਆਂ ਝੰਡੀਆਂ ਲਗਾ ਕੇ ਰੋਸ ਰੈਲੀ ਕੱਢੀ ਅਤੇ ਆਪਣੀਆਂ ਮੰਗਾਂ ਨੂੰ ਛੇਤੀ ਪੂਰਾ ਕਰਨ ਦੀ ਮੰਗ ਕੀਤੀ। ਉਧਰ ਸਫਾਈ ਵਰਕਰਾਂ ਦੀ ਹੜਤਾਲ ਕਾਰਨ ਰੋਪੜ 'ਚ ਦੁਕਾਨਦਾਰ ਪਰੇਸ਼ਾਨ ਨਜ਼ਰ ਆਏ। ਦੁਕਾਨਦਾਰਾਂ ਨੇ ਕਿਹਾ ਕਿ ਪੂਰੇ ਬਾਜ਼ਾਰ ਦੇ ਵਿੱਚ ਗੰਦਗੀ ਦੇ ਢੇਰ ਲੱਗੇ ਹੋਏ ਨੇ, ਜਿਸ ਕਾਰਨ ਕਈ ਬਿਮਾਰੀਆਂ ਫੈਲਣ ਦਾ ਡਰ ਬਣਿਆ ਹੋਇਆ ਹੈ। ਦੀਨਾਨਗਰ ਦੇ ਨੇੜਲੇ ਪਿੰਡ ਡੀਡਾ ਸ਼ਾਸ਼ੀਆ ਦੇ ਵਿੱਚ ਲੁਟੇਰੇ ਘਰ ਦੇ ਵਿੱਚੋਂ 35 ਤੋਲੇ ਸੋਨਾ ਅਤੇ 4 ਲੱਖ ਰੁਪਏ ਲੁੱਟ ਕੇ ਫਰਾਰ ਹੋ ਗਏ। ਲੁਟੇਰਿਆਂ ਨੇ ਪਰਿਵਾਰ ਨੂੰ ਬੰਧਕ ਬਣਾ ਕੇ ਵਾਰਦਾਤ ਨੂੰ ਅੰਜਾਮ ਦਿੱਤਾ। 7 ਬਦਮਾਸ਼ ਇਨੋਵਾ ਗੱਡੀ 'ਚ ਸਵਾਰ ਹੋ ਕੇ ਆਏ ਸਨ। ਲੁਧਿਆਣਾ ਦੇ ਵਿੱਚ ਲੋਕਾਂ ਨੇ ਚੋਰੀ ਕਰਕੇ ਭੱਜ ਰਹੇ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਲੋਕਾਂ ਨੇ ਇਹਨਾਂ ਨੂੰ ਰੱਸੀ ਨਾਲ ਬੰਨ੍ਹ ਕੇ ਪਹਿਲਾਂ ਖੂਬ ਕੁੱਟਿਆ ਤੇ ਫਿਰ ਪੁਲਿਸ ਦੇ ਹਵਾਲੇ ਕਰ ਦਿੱਤਾ। ਜਲੰਧਰ ਦੇ ਟੀਵੀ ਸੈਂਟਰ ਨੇੜੇ ਇੱਕ ਪੁਲਿਸ ਸਬ ਇੰਸਪੈਕਟਰ ਬੇਸੁੱਧ ਮਿਲਿਆ। ਲੋਕਾਂ ਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ ਤੇ ਕਿਹਾ ਕਿ ਪੁਲਿਸ ਮੁਲਾਜ਼ਮ ਸ਼ਰਾਬ ਦੇ ਨਸ਼ੇ ਦੇ ਵਿੱਚ ਧੁੱਤ ਸੀ। ਪਟਿਆਲਾ 'ਚ ਇੱਕ ਬਿਲਡਿੰਗ ਡਿੱਗਣ ਕਾਰਨ ਕਈ ਮਜ਼ਦੂਰ ਜ਼ਖਮੀ ਹੋ ਗਏ। ਸਰਕਾਰੀ ਜ਼ਮੀਨ ਤੇ ਨਜਾਇਜ਼ ਢੰਗ ਦੇ ਨਾਲ ਇਹ ਬਿਲਡਿੰਗ ਬਣ ਰਹੀ ਸੀ, ਜਿਸ ਦਾ ਨਕਸ਼ਾ ਵੀ ਪਾਸ ਨਹੀਂ ਹੋਇਆ ਸੀ। ਚੰਡੀਗੜ੍ਹ ਦੇ ਸੈਕਟਰ 16 ਦੇ ਵਿੱਚ ਆਪਣੇ ਘਰ ਦੀ ਦੂਜੀ ਮੰਜ਼ਿਲ ਦੀ ਖਿੜਕੀ 'ਚੋਂ ਡਿੱਗਣ ਕਾਰਨ ਇੱਕ ਡਾਕਟਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 55 ਸਾਲਾ ਗੋਪਾਲ ਬੰਸਲ ਦੇ ਰੂਪ ਦੇ ਵਿੱਚ ਹੋਈ ਹੈ, ਜਿਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਹੀ ਕੋਰੋਨਾ ਹੋਇਆ ਸੀ। ਹਾਲਾਂਕਿ ਉਹ ਕੋਰੋਨਾ ਤੋਂ ਰਿਕਵਰ ਕਰ ਚੁੱਕੇ ਸਨ। ਗੜਸ਼ੰਕਰ ਦੇ ਦੋਨੋਵਾਲ ਖੁਰਦ ਪਿੰਡ ਦੇ ਨੇੜੇ ਇੱਕ ਸ਼ਖਸ ਦੀ ਲਾਸ਼ ਮਿਲਣ ਦੇ ਨਾਲ ਸਨਸਨੀ ਫੈਲ ਗਈ। ਅਣਪਛਾਤੇ ਨੌਜਵਾਨ ਦੀ ਲਾਸ਼ ਠੇਕੇ ਦੇ ਪਿੱਛੇ ਪਾਸੇ ਖਾਲੀ ਪਲਾਟ ਦੇ ਵਿੱਚ ਪਈ ਸੀ। ਲਾਸ਼ ਦੇ ਨੇੜੇ ਤੋਂ ਇੱਕ ਸਰਿੰਜ ਵੀ ਬਰਾਮਦ ਹੋਈ। ਏਸ਼ੀਅਨ ਚੈਂਪੀਅਨਸ਼ਿਪ ਦੇ ਵਿੱਚ 골ਡ ਮੈਡਲ ਜਿੱਤਣ ਤੇ ਮੁੱਕੇਬਾਜ਼ ਪੂਜਾ ਵੋਰਾ ਵਾਪਸ ਭਿਵਾਨੀ ਪਹੁੰਚੇ, ਜਿੱਥੇ ਪਰਿਵਾਰ ਨੇ ਉਹਨਾਂ ਦਾ ਭਰਵਾਂ ਸਵਾਗਤ ਕੀਤਾ। ਇਸ ਮੌਕੇ ਪੂਜਾ ਵੋਰਾ ਨੂੰ ਸਨਮਾਨਿਤ ਵੀ ਕੀਤਾ ਗਿਆ। ਟੋਕੀਓ ਦੇ ਵਿੱਚ 23 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਓਲੰਪਿਕ ਦੇ ਲਈ ਭਾਰਤੀ ਦਲ ਦੀ ਜਰਸੀ ਲਾਂਚ ਕਰ ਦਿੱਤੀ ਗਈ ਹੈ। ਖੁਦ ਖੇਡ ਮੰਤਰੀ ਕਿਰਨ ਰਿਜੀਜੂ ਨੇ ਇੱਕ ਪ੍ਰੋਗਰਾਮ ਦੇ ਦੌਰਾਨ ਇਸ ਨੂੰ ਅਨਵੀਲ ਕੀਤਾ। ਰਿਲਾਇੰਸ ਕਰਮੀਆਂ ਦੇ ਲਈ RIL ਦੀ ਵੱਡੀ ਪਹਿਲ ਸਾਹਮਣੇ ਆਈ ਹੈ। ਕੋਰੋਨਾ ਦੇ ਨਾਲ ਮੌਤ ਦੇ ਉੱਤੇ ਨੋਮੀਨੀ ਨੂੰ 5 ਸਾਲ ਤੱਕ ਸੈਲਰੀ ਦਿੱਤੀ ਜਾਵੇਗੀ ਅਤੇ ਬੱਚਿਆਂ ਨੂੰ ਮੁਫਤ ਐਜੂਕੇਸ਼ਨ ਅਤੇ ਹੈਲਥ ਇੰਸ਼ੋਰੈਂਸ ਦੇ ਵਿੱਚ ਵੀ
ਮਦਦ ਦਿੱਤੀ ਜਾਵੇਗੀ। ਆਫਰੋਲ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਮਦਦ ਦਿੱਤੀ ਜਾਵੇਗੀ। ਹੁਣ ਅੱਗੇ ਵਧਦੇ ਹਾਂ ਤੇ ਕੁਝ ਖਬਰਾਂ ਵਿਸਤਾਰ ਦੇ ਨਾਲ ਦੇਖਾਂਗੇ। ਪ੍ਰਧਾਨ ਮੰਤਰੀ ਮੋਦੀ ਨੇ 12ਵੀਂ ਦੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ ਹੈ। ਐਗਜ਼ਾਮ ਸੀਬੀਐਸਈ ਦੇ ਰੱਦ ਕੀਤੇ ਗਏ, ਉਸ ਤੋਂ ਬਾਅਦ ਬਹੁਤ ਸਾਰੇ ਸੂਬਿਆਂ ਨੇ 12ਵੀਂ ਦੇ ਐਗਜ਼ਾਮ ਰੱਦ ਕਰ ਦਿੱਤੇ ਨੇ ਤੇ ਇਸ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਨੇ 12ਵੀਂ ਦੇ ਵਿਦਿਆਰਥੀ ਅਤੇ ਉਹਨਾਂ ਦੇ ਮਾਪਿਆਂ ਦੇ ਨਾਲ ਗੱਲਬਾਤ ਕੀਤੀ। ਪੰਚਕੂਲਾ ਦੇ ਹਿਤੇਸ਼ਵਰ ਸ਼ਰਮਾ ਦੇ ਨਾਲ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਗੱਲਬਾਤ ਕੀਤੀ ਗਈ। 12ਵੀਂ ਦੀ ਪ੍ਰੀਖਿਆ ਰੱਦ ਕਰਨ ਦੇ ਉੱਤੇ ਉਹਨਾਂ ਨੇ ਪ੍ਰਤੀਕਿਰਿਆ ਜਾਣੀ ਬੱਚਿਆਂ ਦੀ। ਪ੍ਰਧਾਨ ਮੰਤਰੀ ਦੇ ਫੈਸਲੇ ਨੂੰ ਹਿਤੇਸ਼ਵਰ ਨੇ ਸਹੀ ਦੱਸਿਆ, ਸਲਾਹੁਣਯੋਗ ਦੱਸਿਆ। ਭਵਨ ਵਿਦਿਆਲੇ ਦੇ 12ਵੀਂ ਕਲਾਸ ਦਾ ਵਿਦਿਆਰਥੀ ਹੈ ਹਿਤੇਸ਼ਵਰ ਸ਼ਰਮਾ। ਪ੍ਰਧਾਨ ਮੰਤਰੀ ਨੇ ਵਿਦਿਆਰਥੀ ਦੇ ਮਾਪਿਆਂ ਦੇ ਨਾਲ ਵੀ ਗੱਲਬਾਤ ਕੀਤੀ। ਦੇਸ਼ ਭਰ ਦੇ ਵਿੱਚ 17 ਬੱਚਿਆਂ ਦੇ ਨਾਲ ਪ੍ਰਧਾਨ ਮੰਤਰੀ ਨੇ ਗੱਲਬਾਤ ਕੀਤੀ ਹੈ, ਫੀਡਬੈਕ ਲੈਣ ਦੀ ਕੋਸ਼ਿਸ਼ ਕੀਤੀ ਹੈ ਕਿ ਆਖਿਰ ਕੀ ਕੁਝ इस समय विद्यार्थी या उनके पेरेंट्स सोच रहे हैं एग्जाम कैंसिल होने से इतना बेहतरीन निर्णय ले लिया। और मैं मानता हूं सर, जो टॉपर है या जो मेहनत करता है, मेहनत कभी बेकार नहीं जाती, वो ज्ञान हमेशा ही हमारे साथ रहता है सर। और जो निरंतर पढ़ाई करता आ रहा है, जो कंसिस्टेंट है सर, जो भी क्राइटेरिया आएगा, जो भी आप निर्णय लेंगे तो उसमें वो फिर भी अव्वल ही रहेंगे। तो उसमें उन्हें इतनी चिंता की जरूरत नहीं है। कुछ लोग कह रहे हैं टॉपर निराश हैं या ऐसे हैं, मैं मानता हूं कि हमने प्रोविजन तो रखा ही है कि आप दोबारा पेपर दे सकते हैं। तो एक बहुत ही समझा हुआ निर्णय मैं मानता हूँ और हम इसके आज जीवन आपके सर आभारी रहे। अच्छा बच्चों, 10 सेक्टर सर, 10 सेक्टर 10 मैं 7 में रहता था, बहुत साल तक रहा हूँ वहाँ। मैं आज ही पता लगा सर मुझे। हाँ, मैं वहाँ रहता था। जी सर, बहुत आपके यहाँ पे सर, बहुत आपकी सपोर्ट करने वाले लोग सर यहाँ पे आपको देखना चाहते हैं सर लोग दोबारा। अच्छा ये बताओ भाई, आप तो 10वीं में टॉपर थे, तो पक्का घर में तैयारी होगी, 12 में भी टॉपर करेंगे। अब एग्जाम ही चली गई तो आपका तो सारा रुक गया। सर वही मैं बता रहा था, अपेक्षाएं लोगों की, पर मुझे अच्छा लगा सर, क्योंकि मतलब अगर मैं परीक्षा देता तो वो प्रेशर बढ़ता जा रहा था, एक सैचुरेशन पॉइंट रीच हो चुका था। और हम देख रहे थे कि इतना सेफ भी नहीं है, और आपने बिल्कुल समय से इतना बेहतरीन निर्णय ले लिया। और मैं मानता हूं सर, जो टॉपर है या जो मेहनत करता है, मेहनत कभी बेकार नहीं जाती, वो ज्ञान हमेशा ही हमारे साथ रहता है सर। और जो निरंतर पढ़ाई करता आ रहा है, जो कंसिस्टेंट है सर, जो भी क्राइटेरिया आएगा, जो भी आप निर्णय लेंगे तो उसमें वो फिर भी अव्वल ही रहेंगे। तो उसमें उन्हें इतने इसमें मतलब सबसे पहली बात तो मेरे स्कूल का बहुत बड़ा योगदान है कि आज मैंने टॉप किया है, या मेरे स्कूल का इतना नाम है जो मैं इतने बड़े प्लेटफॉर्म पे आज बात कर पाया। मेरे प्रिंसिपल मैम मेरे साथ कंसिस्टेंटली टच में थे, इस बात के सबसे पहले उन्होंने मुझे बताया था कि ऐसे मीट है। और बाकी प्रधानमंत्री जी को जब मैंने बताया कि मैं नेशनल टॉपर रह चुका हूँ, तो सर को बड़ी क्यूरियोसिटी हुई पूछने की कि एक टॉपर बच्चा भी है। मेरे ख्याल से सारे बच्चे टॉपर नहीं थे, उसमें मतलब रैंडमली चूज़ किए गए थे ऑल ओवर इंडिया से। तो जब सर को पता लगा कि एक नेशनल टॉपर बच्चा भी इनमें मौजूद है, तो सर ने मुझसे स्पेशली क्वेश्चन पूछा कि शर्मा जी आप बताइए। तो पहले नाम मतलब मैंने पहले बताया सर को काफ़ी कुछ। मैंने सर को एक इंसिडेंट नरेट किया जहाँ पे मैं माननीय शिक्षा मंत्री जी को मिला था 26 जनवरी के दिन दिल्ली में, जब हम प्रधानमंत्री जी के अतिथि के रूप में मुझे दिल्ली बुलाया गया था रिपब्लिक डे की परेड देखने के लिए। तो वहाँ पे मुझे शिक्षा मंत्री जी ने कहा था कि अब आपने 10वीं में टॉप किया तो मैं आपको एक टारगेट देता हूँ, आपने 12वीं में भी टॉप करना है और हम फिर मिलेंगे। तो मेरी ज़रूर थी, दिली तमन्ना थी कि मैं शिक्षा मंत्री जी को दोबारा मिलता, वो टारगेट पूरा करता, मैं प्रधानमंत्री जी को मिल पाता, उनका आशीर्वाद ले पाता। तो मैं थोड़ा सा निराश ज़रूर था अप्रैल के मंथ के आसपास जब पोस्टपोन हो रहे थे एग्ज़ाम, या कहा जा रहा था कि शायद कैंसिल हो जाएंगे। लेकिन उसके बाद मुझे लगा कि हमारी सेहत से बढ़कर कुछ भी नहीं है। और प्रधानमंत्री जी परीक्षा पे चर्चा पे कहते आए हैं काफ़ी बार, मैंने ये सब बातें मैंने प्रधान